अस्सलाम वालेकुम, सत श्री अकाल, प्रणाम दोस्तों। मैं हाँ नासर कसाना और तुसी वेख रहे हो साडा पंजाबी चैनल एक पिंड पंजाब दा। गोजरा ते टोबा दे विचकार वसिया एक बहुत सोहना पिंड अज असीं तुहानूं दिखाउण जा रहे हैं, जिस विच टीचर ते पुलिस वाले बहुत ज़्यादा ने। ਚੱਕ नंबर 287 ਜੀਂਬੇ ਪਲਾਸੋਰ। ਇਹ ਪਿੰਡ ਗੋਜਰਾ ਤੋਂ 17 ਕਿਲੋਮੀਟਰ ਤੇ ਟੋਬਾ ਤੋਂ 11 ਕਿਲੋਮੀਟਰ ਪਿੱਛੇ ਰਹਿ ਜਾਂਦਾ ਹੈ। 88 ਫਾਟਕ ਅੱਡਾ ਨੇੜੇ ਲੱਗਦਾ ਇਸ ਪਿੰਡ ਨੂੰ। ਚੱਕ ਨੰਬਰ 287 ਜੀਂਬੇ ਪਲਾਸੋਰ ਦਾ ਰਕਬਾ 59 ਮੁਰੱਬੇ ਹੈ। ਆਪਣਾ ਜਮਹੂਰੀ ਹੱਕ ਰੱਖਣ ਵਾਲਿਆਂ ਦੀ ਗਿਣਤੀ 3800 ਦੇ ਕਰੀਬ ਹੈ। ਲਗਭਗ 800 ਘਰ ਨੇ ਇਸ ਪਿੰਡ ਵਿੱਚ ਔਰ ਆਬਾਦੀ ਤਕਰੀਬਨ 6500 ਦੇ ਨੇੜੇ ਤੇੜੇ ਹੈ। ਪਿੰਡ ਬਹੁਤ ਖੂਬਸੂਰਤ ਹੈ ਔਰ ਇਸ ਖੂਬਸੂਰਤੀ ਨੂੰ ਬਰਕਰਾਰ ਰੱਖਣ ਵਾਲਿਆਂ ਵਿੱਚ ਹਰ ਬੰਦਾ ਆਪਣਾ ਹਿੱਸਾ ਜ਼ਰੂਰ ਪਾਉਂਦਾ ਹੈ। ਵੱਡੀ ਗਿਣਤੀ ਵਿੱਚ ਇਸ ਪਿੰਡ ਵਿੱਚ ਜੱਟ ਬਰਾਦਰੀ ਬੈਠੀ ਹੈ। ਜੱਟ ਬਰਾਦਰੀ ਹਜ਼ਾਰਾਂ ਸਾਲ ਤੋਂ ਮੌਜੂਦ ਇੱਕ ਜ਼ਰਈ ਤੇ ਜੰਗਜੂ ਕੌਮ ਸਮਝੀ ਜਾਂਦੀ ਹੈ, ਜਿਹੜੀ ਪਾਕਿਸਤਾਨ, ਇੰਡੀਆ ਔਰ ਕੁਝ ਹੱਦ ਤੱਕ ਅਫਗਾਨਿਸਤਾਨ ਵਿੱਚ ਵੀ ਆਬਾਦ ਰਹੀ ਹੈ। 17ਵੀਂ ਤੇ 18ਵੀਂ ਸਦੀ ਵਿੱਚ ਕਈ ਜੱਟ ਹੁਕਮਰਾਨ ਵੀ ਸਾਹਮਣੇ ਆਏ, ਜਿਨ੍ਹਾਂ ਵਿੱਚ ਰਾਜਾ ਸੂਰਜਬਲ ਦਾ ਨਾਮ ਖਾਸ ਤੌਰ ਤੇ ਬਹੁਤ ਮਸ਼ਹੂਰ ਸੀ, ਜਿਨ੍ਹਾਂ ਨੇ ਭਰਤਪੁਰ ਦੀ ਰਿਆਸਤ ਨੂੰ ਮਜ਼ਬੂਤ ਬਣਾਇਆ। ਬਹੁਤ ਸਾਰੇ ਜੱਟ ਖਾਨਦਾਨਾਂ ਨੇ ਸਿੱਖ ਸਲਤਨਤ ਵਿੱਚ ਵੀ ਤਗੜਾ ਕਿਰਦਾਰ ਅਦਾ ਕੀਤਾ, ਪਰ ਪਾਕਿਸਤਾਨ ਵਿੱਚ ਜੱਟ ਬਰਾਦਰੀ ਦੀ ਵੱਡੀ ਗਿਣਤੀ ਮੁਸਲਮਾਨ ਹੈ। ਮੌਜੂਦਾ ਦੌਰ ਵਿੱਚ ਜੱਟ ਬਰਾਦਰੀ ਜ਼ਰਾਅਤ, ਫੌਜ, ਸਿਆਸਤ, ਕਾਰੋਬਾਰ, ਤਾਲੀਮ ਔਰ ਸਰਕਾਰੀ ਖਿਦਮਾਤ ਸਮੇਤ ਤਕਰੀਬਨ ਹਰ ਸ਼ੋਬੇ ਵਿੱਚ ਆਪਣਾ ਨਮਾਇਆ ਕਿਰਦਾਰ ਅਦਾ ਕਰ ਰਹੀ ਹੈ। ਜੱਟ ਗੁਰਦਾਸਪੁਰੀਏ, ਦੋਸਤਪੁਰੀਏ, ਪਿੰਡ ਵਿਰਕ, ਤਲਵੰਡੀ, ਖਟਿਆਲੀ, ਡੇੜੀ ਵਾਲਾ, ਸ਼ਹਿਰੀਆ, ਕਲਾਨੌਰ ਤੇ ਇਹਨਾਂ ਦੀਆਂ ਗੋਤਾਂ ਵਿਰਕ ਤੇ ਨੱਤ ਹੈ। ਜੱਟ ਬਰਾਦਰੀ ਤੋਂ ਬਾਅਦ ਚੱਕ ਨੰਬਰ 287 ਜੀਂਬੇ ਪਲਾਸੌਰ ਵਿੱਚ ਬਰਸਗੀਰ ਦੀ ਬਹੁਤ ਸੁਲਝੀ ਹੋਈ, ਪੜ੍ਹੀ ਲਿਖੀ ਤੇ ਬਾਸ਼ਊਰ ਕੌਮ ਅਰਾਈ ਬਰਾਦਰੀ ਦੇ ਲੋਕ ਬੈਠੇ ਨੇ। ਅਰਾਈ ਬਰਾਦਰੀ ਬਰਸਗੀਰ ਦੀ ਇੱਕ ਕਦੀਮ ਔਰ ਬਾਵਕਾਰ ਜ਼ਰਈ ਬਰਾਦਰੀ ਹੈ, ਜੋ ਖਸੂਸਨ ਪਾਕਿਸਤਾਨੀ ਪੰਜਾਬ ਔਰ ਸਿੰਧ ਵਿੱਚ ਆਬਾਦ ਹੈ। ਇਹ ਬਰਾਦਰੀ ਵੀ ਜ਼ਰਾਅਤ, ਬਾਗਬਾਨੀ, ਤਿਜਾਰਤ, ਤਾਲੀਮ, ਸਿਆਸਤ ਔਰ ਸਰਕਾਰੀ ਖਿਦਮਾਤ ਸਮੇਤ ਜ਼ਿੰਦਗੀ ਦੇ ਹਰ ਸ਼ੋਬੇ ਵਿੱਚ ਆਪਣਾ ਇੱਕ ਵੱਖਰਾ ਮਗਰ ਬਾਇਜ਼ਤ ਮੁਕਾਮ ਰੱਖਦੀ ਹੈ। ਅਰਾਈ ਹੁਸ਼ਿਆਰਪੁਰੀਏ, ਰਾਏਪੁਰੀਏ, ਇਹਨਾਂ ਤੋਂ ਇਲਾਵਾ ਗੋਲ ਪਿੰਡੀਏ ਨੇ। ਜੱਟ ਔਰ ਅਰਾਈ ਬਰਾਦਰੀ ਤੋਂ ਬਾਅਦ ਚੱਕ ਨੰਬਰ 287 ਜੀਂਬੇ ਪਲਾਸੌਰ ਵਿੱਚ ਪਠਾਨ ਬਰਾਦਰੀ ਬੈਠੀ ਹੈ। ਕੁਝ ਘਰ ਲੋਕਲ ਬਰਾਦਰੀ ਦੇ ਆ, ਇੱਕ ਘਰ ਮਸੀਹ ਬਰਾਦਰੀ ਦਾ ਵੀ ਆ। ਬਾਕੀ ਪਿੰਡਾਂ ਦੀ ਤਰ੍ਹਾਂ ਗੈਰ ਕਾਸ਼ਤਕਾਰ ਲੋਕ, ਜਿਨ੍ਹਾਂ ਤੋਂ ਬਗੈਰ ਕੋਈ ਵੀ ਪਿੰਡ ਨਹੀਂ ਹੁੰਦਾ, ਜਿਨ੍ਹਾਂ ਤੋਂ ਬਗੈਰ ਜ਼ਿੰਦਗੀ ਦੀ ਜ਼ਰੂਰੀਅਤ ਪੂਰੀ ਨਹੀਂ ਹੋ ਸਕਦੀ, ਇਹ ਸਾਂਝੇ ਲੋਕ ਵੀ ਇਸ ਪਿੰਡ ਵਿੱਚ ਮੌਜੂਦ ਨੇ। ਕਿਉਂਕਿ ਕਿਸੇ ਵੀ ਪਿੰਡ ਦੀ ਤਰੱਕੀ ਸਿਰਫ ਕਾਸ਼ਤਕਾਰਾਂ ਨਾਲ ਨਹੀਂ ਹੁੰਦੀ, ਬਲਕਿ ਲੋਹਾਰ, ਤਰਖਾਣ, ਮਿਸਤਰੀ ਔਰ ਦੀਗਰ ਹੁਨਰਮੰਦ ਲੋਕ ਵੀ ਇਸ ਦੀ ਬੁਨਿਆਦ ਹੁੰਦੇ ਨੇ। ਇਹਨਾਂ ਤੋਂ ਬਗੈਰ ਖੇਤੀਬਾੜੀ ਦੇ ਔਜ਼ਾਰ, ਮਕਾਨਾਂ ਦੀ ਤਾਮੀਰ ਤੇ ਰੋਜ਼ਮਰਾ ਜ਼ਿੰਦਗੀ ਦਾ ਨਿਜ਼ਾਮ ਮੁਕੰਮਲ ਨਹੀਂ ਹੋ ਸਕਦਾ। ਇਸ ਪਿੰਡ ਵਿੱਚ ਕੁੜੀਆਂ ਦਾ ਸਕੂਲ 10ਵੀਂ ਤੱਕ ਹੈ ਤੇ ਮੁੰਡਿਆਂ ਦਾ ਸਕੂਲ ਵੀ 10ਵੀਂ ਤੱਕ ਹੈ, ਜੋ ਕਿ ਜਾਨੀ ਵਾਲਾ ਸਟਾਪ ਤੇ ਹੈ। ਇਹ ਸਕੂਲ ਵੀ ਇੱਕ ਤਾਰੀਖੀ ਹੈਸੀਅਤ ਰੱਖਦਾ ਹੈ, ਕਿਉਂਕਿ ਵੰਡ ਤੋਂ ਪਹਿਲੇ ਇਸ ਸਕੂਲ ਵਿੱਚ ਬਹੁਤ ਸਾਰੇ ਨਾਮੀ ਗ੍ਰਾਮੀ ਸਰਦਾਰ ਪੜ੍ਹਦੇ ਹੁੰਦੇ ਸੀ, ਜਿਹੜੇ ਵੰਡ ਤੋਂ ਬਾਅਦ ਚੜ੍ਹਦੇ ਪੰਜਾਬ ਜਾ ਕੇ ਆਪਣੀ ਤਾਲੀਮ ਮੁਕੰਮਲ ਕਰਕੇ ਬੜੇ ਅਹੁਦਿਆਂ ਤੇ ਭਰਤੀ ਹੋਏ ਸੀ। ਕੁਝ ਪ੍ਰਾਈਵੇਟ ਸਕੂਲ ਵੀ ਹੈਗੇ ਨੇ ਇਸ ਪਿੰਡ ਵਿੱਚ, ਜਿਨ੍ਹਾਂ ਵਿੱਚ ਦਾਰੇ ਅਰਕਮ, ਅਲ ਨੂਰ ਪਬਲਿਕ ਸਕੂਲ, ਇਸਲਾਮਿਕ ਫਾਊਂਡੇਸ਼ਨ ਤੇ ਗਜ਼ਾਲੀ ਸਕੂਲ। ਇਹ ਪਿੰਡ ਤਾਲੀਮ ਵਿੱਚ ਬਹੁਤ ਅੱਗੇ ਹੈ। ਲਿਟਰੇਸੀ ਰੇਟ ਬਹੁਤ ਅੱਛਾ ਹੈ। ਮਸਜਿਦਾਂ ਇਬਾਦਤ, ਇਤਿਹਾਦ ਔਰ ਅਖਲਾਕੀ ਤਰਬੀਅਤ ਦਾ ਮਰਕਜ਼ ਹੁੰਦੀਆਂ ਹੈ, ਜਦਕਿ ਮਦਰਸੇ दीनी तालीम, कुरान और सुन्नत दी तालीम और किरदार साजी विच बहुत अहम किरदार अदा करते हैं। ਇਹ ਦੋਨੋਂ ਅਦਾਰੇ ਮਾਸ਼ਰੇ ਵਿੱਚ ਇਲਮ, ਇਖਲਾਕ ਔਰ ਦੀਨੀ ਸ਼ੌਰ ਨੂੰ ਫਰੋਗ ਦੇਣ ਲਈ ਬੁਨਿਆਦੀ ਹੈਸੀਅਤ ਰੱਖਦੇ ਨੇ ਤੇ ਇਸ ਕੰਮ ਲਈ ਇਸ ਪਿੰਡ ਵਿੱਚ 4 ਮਸੀਤਾਂ ਨੇ ਔਰ ਇਹਨਾਂ ਦੇ ਨਾਲ ਹੀ ਮਦਰਸੇ ਵੀ ਮੌਜੂਦ ਨੇ। ਕਿਸੇ ਵੀ ਜਗ੍ਹਾ ਤੇ ਟੀਚਰ ਤੇ ਪੁਲਿਸ ਦਾ ਆਪਣਾ ਵੱਖਰਾ ਕਿਰਦਾਰ ਹੁੰਦਾ ਹੈ। ਟੀਚਰ ਇਲਮ, ਇਖਲਾਕ ਔਰ ਕਿਰਦਾਰ ਦੀ ਤਾਮੀਰ ਦੇ ਜ਼ਰੀਏ ਆਪਣੀ ਕੌਮ ਦੀ ਰਹਿਨੁਮਾਈ ਕਰਦੇ ਨੇ ਤੇ ਪੁਲਿਸ ਉੱਤੇ ਆਵਾਮ ਦੇ ਜਾਨੋ ਮਾਲ ਦੇ ਤਹੱਫੁਜ਼, ਕਾਨੂੰਨ ਤੇ ਅਮਲਦਾਰੀ ਔਰ ਅਮਨੋ ਅਮਾਨ ਨੂੰ ਕਾਇਮ ਕਰਨ ਦੀ ਜ਼ਿੰਮੇਵਾਰੀ ਹੁੰਦੀ ਹੈ। ਅਗਰ ਇਹ ਖੂਬੀਆਂ ਕਿਸੇ ਉਸਤਾਦ ਜਾਂ ਪੁਲਿਸ ਵਾਲੇ ਵਿੱਚ ਨਹੀਂ ਹੈ ਤਾਂ ਉਹ ਆਪਣੇ ਦਿੱਤੇ ਗਏ ਹਲਫ ਨਾਲ ਗੱਦਾਰੀ ਕਰ ਰਿਹਾ ਹੈ। ਜਿਵੇਂ ਕਿ ਪਹਿਲੇ ਵੀ ਦੱਸਿਆ ਗਿਆ ਹੈ ਕਿ ਇਸ ਪਿੰਡ ਵਿੱਚ ਅਸਾਤਜ਼ਾ ਕਰਾਮ ਤੇ ਪੁਲਿਸ ਵਾਲੇ ਵੱਡੀ ਗਿਣਤੀ ਵਿੱਚ ਹੈ ਨੇ। ਇਸ ਵਿੱਚ 2 ਨੰਬਰਦਾਰ ਨੇ, ਜਨਾਬ ਮੁਹੰਮਦ ਸਲੀਮ ਨੰਬਰਦਾਰ, ਜਿਨ੍ਹਾਂ ਦਾ ਤਾਲੁਕ ਅਰਾਈ ਬਰਾਦਰੀ ਨਾਲ ਹੈ। ਜਨਾਬ ਆਮਰ ਸਈਦ ਵਿਰਕ ਸਾਹਿਬ ਨੰਬਰਦਾਰ, ਜੱਟ ਬਰਾਦਰੀ ਨਾਲ ਤਾਲੁਕ ਰੱਖਣ ਵਾਲੇ ਜਨਾਬ ਆਮਰ ਸਈਦ ਸਾਹਿਬ ਕਲੈਕਟਰ ਦੇ ਅਹੁਦੇ ਤੇ ਵੀ ਨੇ। ਲਾਗੇ ਪਿੰਡਾਂ ਦੀ ਗੱਲ ਕਰੀਏ ਤਾਂ 318 ਜੀਂਬੇ, 291 ਜੀਂਬੇ ਗਮਟਾਲਾ, 290, 293 ਜੀਂਬੇ ਸੈਦ ਮਹਿਮੂਦ, 288 ਜੀਂਬੇ, 299 ਜੀਂਬੇ ਚੰਡੋ ਬਟਾਲਾ, 425 ਜੀਂਬੇ ਵਾਲੇ। ਪਿੰਡ ਦੀਆਂ ਨਮਾਇਆ ਸ਼ਖਸੀਅਤ ਉਹ ਲੋਕ ਹੁੰਦੇ ਨੇ ਜਿਹੜੇ ਆਪਣੀ ਖਿਦਮਤ, ਖੇਡ, ਚੰਗੇ ਕਿਰਦਾਰ, ਇਲਮ, ਤਜਰਬੇ ਔਰ ਕਾਮਯਾਬੀ ਨਾਲ ਆਪਣੇ ਪਿੰਡ ਦਾ ਨਾਮ ਰੋਸ਼ਨ ਕਰਦੇ ਨੇ। ਚੱਕ ਨੰਬਰ 287 ਜੀਂਬੇ ਪਲਾਸੌਰ ਵਿੱਚ ਵਸਣ ਵਾਲੀਆਂ ਨਮਾਇਆ ਸ਼ਖਸੀਅਤ ਵਿੱਚ
मोहम्मद नसीम अख्तर विर्क, सईद नत, मुश्ताक मेंबर, सलीम नंबरदार हेड क्लर्क, जानी पहचानी शख्सियत हकीम अमजद साहब पठान, आमर नंबरदार साहब, नईम विर्क साहब, मुबीन शहरिया, फौजी अब्दुल रज़ा एडवोकेट, चीफ अमरान नत एडवोकेट, खादम हुसैन विर्क, मास्टर नसीर अहमद साहब, प्रोफैसर शहजाद हांसी साहब इस्लामिक फाउंडेशन स्कूल ਦੇ ਮਾਲਕ ਜਿਹੜੇ ਲੋੜਵੰਦ ਸਟੂਡੈਂਟ ਨੂੰ ਯੂਨੀਫਾਰਮ ਸਮੇਤ ਸਭ ਕੁਝ ਫ੍ਰੀ ਦਿੰਦੇ ਨੇ। ਮਰਹੂਮ ਨਵੀਦ ਕਾਂਸਟੇਬਲ ਇਹਨਾਂ ਖੁਸ਼ ਨਸੀਬਾਂ ਵਿੱਚੋਂ ਸੀ ਜਿਹੜੇ ਆਪਣੇ ਚੰਗੇ ਅਖਲਾਕ, ਫਰਜ਼ਸ਼ਨਾਸੀ ਔਰ ਆਪਣੇ ਲੋਕਾਂ ਨਾਲ ਮੁਹੱਬਤ ਦੀ ਵਜ੍ਹਾ ਤੋਂ ਅੱਜ ਵੀ ਇੱਜ਼ਤ ਔਰ ਮੁਹੱਬਤ ਨਾਲ ਯਾਦ ਕੀਤੇ ਜਾਂਦੇ ਨੇ। ਨੇਕ ਕਿਰਦਾਰ ਵਾਲੇ ਲੋਕ ਦੁਨੀਆ ਤੋਂ ਬੇਸ਼ੱਕ ਚਲੇ ਜਾਂਦੇ ਨੇ, ਪਰ ਇਹਨਾਂ ਦੀਆਂ ਚੰਗੀਆਂ ਗੱਲਾਂ ਯਾਦਾਂ ਬਣ ਕੇ ਹਮੇਸ਼ਾ ਦਿਲਾਂ ਵਿੱਚ ਜ਼ਿੰਦਾ ਰਹਿੰਦੀਆਂ। ਇਸ ਤੋਂ ਇਲਾਵਾ ਸੋਲੰਗ, ਨਾਲੀਆਂ, ਪੱਕੇ ਖਾਲੇ ਤੇ ਪਿੰਡ ਨੂੰ ਬਿਜਲੀ ਦੀ ਸਹੂਲਤ ਦੇਣ ਦਾ ਕ੍ਰੈਡਿਟ ਜਨਾਬ ਮੁਹੰਮਦ ਨਸੀਮ ਅਖਤਰ ਵਿਰਕ ਸਾਹਿਬ ਹੁਣਾਂ ਨੂੰ ਜਾਂਦਾ ਹੈ। ਜਿਹੜੇ ਤੁਹਾਨੂੰ ਪਿੰਡ ਵਿੱਚ ਲੱਗੇ ਹੋਏ ਦਰਖਤ ਨਜ਼ਰ ਆ ਰਹੇ ਨੇ ਉਹ ਹਕੀਮ ਜਵੇਦ ਖਾਨ ਸਾਹਿਬ, ਕਾਰੀ ਅਬਦੁਰ ਰਹਿਮਾਨ ਸਾਹਿਬ ਔਰ ਸਫਦਰ ਬੱਗਾ ਰਾਏਪੁਰੀਆ ਨੇ ਲਗਾਏ। ਮੁਹੰਮਦ ਤਾਰਕ ਵਿਰਕ ਐਗਰੀਕਲਚਰ ਨਾਲ ਜੁੜਿਆ ਇੱਕ ਵੱਡਾ ਨਾਮ, ਜਿਹੜੇ ਜ਼ਰਈ ਮਾਲੂਮਾਤ ਰੱਖਣ ਦੇ ਮੁਤਾਬਕ ਇਨਸਾਈਕਲੋਪੀਡੀਆ ਦੀ ਹੈਸੀਅਤ ਰੱਖਦੇ ਨੇ। ਇਹਨਾਂ ਕੋਲ ਇਸ ਵੇਲੇ ਹਰ ਕਿਸਮ ਦੀ ਜਦੀਦ ਮਸ਼ੀਨਰੀ ਮੌਜੂਦ ਹੈ। ਬਹੁਤ ਖੁਦਾਤਰਸ ਬੰਦੇ ਨੇ ਤੇ ਹਰ ਜ਼ਰੂਰਤਮੰਦ ਦੇ ਕੰਮ ਆਉਣ ਦੀ ਕੋਸ਼ਿਸ਼ ਵੀ ਕਰਦੇ ਨੇ। ਇਹ ਸਾਰੇ ਲੋਕ ਵੈਲਫੇਅਰ ਦੇ ਕੰਮਾਂ ਵਿੱਚ ਬਹੁਤ ਵੱਧ ਚੜ ਕੇ ਹਿੱਸਾ ਲੈਂਦੇ ਨੇ, ਪਿੰਡ ਦੇ ਗਰੀਬ ਲੋਕਾਂ ਦਾ ਸਹਾਰਾ ਬਣਦੇ ਨੇ ਤੇ ਪਿੰਡ ਦੀ ਸਫਾਈ ਆਪਣੀ ਮਦਦ ਆਪ ਦੇ ਤਹਿਤ ਕਰਦੇ ਨੇ। ਇੱਥੇ ਹਰ ਬੰਦਾ ਆਪਣੇ ਹਿੱਸੇ ਦਾ ਕੰਮ ਬਹੁਤ ਇਮਾਨਦਾਰੀ ਨਾਲ ਕਰਦਾ ਹੈ ਤੇ ਫੌਜੀ ਅਬਾਸ ਸਾਹਿਬ ਜਿਨ੍ਹਾਂ ਦੇ ਜ਼ਿੰਮੇ ਪਿੰਡ ਨੂੰ ਵੇਲੇ ਸਿਰ ਪਾਣੀ ਦੀ ਸਹੂਲਤ ਦੇਣਾ ਹੈ ਤੇ ਫੌਜੀ ਸਾਹਿਬ ਇਸ ਕੰਮ ਵਿੱਚ ਤਾਰੀਫ ਦੇ ਹੱਕਦਾਰ ਨੇ, ਕਿਉਂਕਿ ਉਹ ਪਾਣੀ ਦੀ ਕਮੇਟੀ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਨੇ, ਜਿਸ ਦੀ ਬੁਨਿਆਦ ਹਾਜੀ ਮਨਜ਼ੂਰ ਅਹਿਮਦ ਵਿਰਕ ਸਾਹਿਬ, ਮਰਹੂਮ ਸਲਾਮਤ ਦੋਸਤਪੁਰੀਆ, ਇਕਬਾਲ ਖਾਨ ਪਠਾਨ ਤੇ ਫਕੀਰ ਹੁਸੈਨ ਸਾਹਿਬ ਨੇ ਰੱਖੀ ਸੀ। ਮੌਜੂਦਾ ਵਾਟਰ ਸਪਲਾਈ ਨੂੰ ਅਫਜ਼ਲ ਵਿਰਕ, ਰਊਫ ਹਰਾਈ ਆਪਣੀ ਮਦਦ ਆਪ ਦੇ ਤਹਿਤ ਚਲਾ ਰਹੇ ਨੇ। ਇਹੀ ਕਮੇਟੀ ਵਾਟਰ ਫਿਲਟਰ ਪਲਾਂਟ ਵੀ ਚਲਾ ਰਹੀ ਹੈ। ਮਰਹੂਮ ਸਲਾਮਤ ਦੋਸਤਪੁਰੀਆ ਨੇ ਸਾਰੀ ਜ਼ਿੰਦਗੀ ਮਸੀਤਾਂ ਦਾ ਬਿਜਲੀ ਦਾ ਬਿੱਲ ਆਪਣੇ ਕੋਲੋਂ ਦਿੱਤਾ। ਅੱਜ ਉਹਨਾਂ ਦੀ ਔਲਾਦ ਵੀ ਆਪਣੇ ਬਾਪ ਦੇ ਇਸ ਮਿਸ਼ਨ ਨੂੰ ਅੱਗੇ ਲੈ ਕੇ ਵਧ ਰਹੀ ਹੈ, ਜਦੋਂ ਕਿ ਗੈਸ ਦੇ ਬਿੱਲ ਦੀ ਜ਼ਿੰਮੇਵਾਰੀ ਹਾਫਜ਼ ਜ਼ੀਸ਼ਾਨ ਸਾਹਿਬ ਨਿਭਾ ਰਹੇ ਨੇ। ਵੈਲਫੇਅਰ ਦੇ ਕੰਮਾਂ ਵਿੱਚ ਸੈਫ ਅਨਸਾਰੀ ਬਿੱਲਾ ਸਭ ਤੋਂ ਅੱਗੇ ਹੁੰਦਾ ਹੈ। ਪਿੰਡ ਵਿੱਚ ਕੋਈ ਵੀ ਫੌਤਗੀ ਹੋ ਜਾਏ ਤਾਂ ਆਪਣੀ ਪੂਰੀ ਟੀਮ ਨੂੰ ਲੈ ਕੇ ਬਿਲਾ ਮੁਆਵਜ਼ਾ ਪਹੁੰਚ ਕਰਦੇ ਨੇ। ਸਾਰੇ ਲੋਕ ਇੱਕ ਦੂਜੇ ਦੀ ਬਹੁਤ ਇੱਜ਼ਤ ਕਰਦੇ ਨੇ। ਬਲੱਡ ਬੈਂਕ ਦੇ ਤਹਿਤ ਇੱਕ ਲਿਸਟ ਬਣੀ ਹੋਈ ਹੈ ਜਿਸ ਵਿੱਚ ਸਾਰਿਆਂ ਦਾ ਬਲੱਡ ਗਰੁੱਪ ਦਰਜ ਹੈ ਤੇ ਲੋੜ ਪੈਣ ਤੇ ਮਤਲੂਬਾ ਗਰੁੱਪ ਵਾਲੇ ਬੰਦੇ ਨਾਲ ਰਾਬਤਾ ਕਰਨਾ ਸੌਖਾ ਹੋ ਜਾਂਦਾ ਹੈ। ਪਿੰਡ ਵਿੱਚ ਜ਼ਰਾਅਤ ਦੇ ਸ਼ੋਬੇ ਨਾਲ ਬਹੁਤ ਸਾਰੇ ਲੋਕ ਜੁੜੇ ਹੋਏ ਨੇ, ਇਸ ਕਰਕੇ ਕਮਾਦ, ਕਣਕ, ਮਕਈ, ਕਪਾਹ ਇਸ ਪਿੰਡ ਦੀਆਂ ਖਾਸ ਫਸਲਾਂ ਨੇ। ਗੰਡਿਆਂ ਦਾ ਕਣ ਇਸ ਪਿੰਡ ਦਾ ਬਹੁਤ ਮਸ਼ਹੂਰ ਹੈ। ਨਸਾਰ ਹਰਾਈ, ਮਲਕ ਅਬਦਰ ਰਸ਼ੀਦ, ਆਰਫ ਇਨਸਾਰੀ, ਨਦੀਮ ਧੋਬੀ ਗੰਡਿਆਂ ਦੇ ਕਣ ਦਾ ਕੰਮ ਕਰਦੇ ਨੇ। ਪਿੰਡ ਦੀ ਖਾਸ ਗੱਲ, ਸਿਆਸੀ ਮੁਖਾਲਫਤ ਦੇ ਬਾਵਜੂਦ ਚੱਕ ਨੰਬਰ 287 ਜੀਂਬੇ ਪਲਾਸੌਰ ਇੱਕ ਬਹੁਤ ਪੁਰਅਮਨ ਪਿੰਡ ਹੈ ਔਰ ਇੱਥੋਂ ਦੇ ਲੋਕ ਬਹੁਤ ਪਿਆਰ, ਮੁਹੱਬਤ, ਭਾਈਚਾਰੇ ਤੇ ਅਮਨ ਨਾਲ ਰਹਿੰਦੇ ਨੇ ਔਰ ਇੱਕ ਦੂਸਰੇ ਦਾ ਬਹੁਤ ਇਹਤਰਾਮ ਕਰਦੇ ਨੇ। ਪਿਛਲੇ 20 ਸਾਲ ਤੋਂ ਬੇਤਹਾਸ਼ਾ ਮੁਖਾਲਫਤ ਦੇ ਬਾਵਜੂਦ ਚਾਹ ਪਾਣੀ ਖਾਣਾ ਇੱਕ ਜਗ੍ਹਾ ਤੇ ਖਾਂਦੇ ਨੇ, ਇੱਕ ਦੂਜੇ ਨੂੰ ਖੁਸ਼ੀ ਦੇ ਮੌਕੇ ਤੇ ਮੁਬਾਰਕਬਾਦ ਦਿੰਦੇ ਨੇ। ਇਹੀ ਇਸ ਪਿੰਡ ਦੇ ਲੋਕਾਂ ਦੇ ਪਿਆਰ ਦਾ ਹੁਸਨ ਹੈ। ਸਿਹਤ ਦੇ ਹਵਾਲੇ ਦੀ ਗੱਲ ਕਰੀਏ ਤਾਂ ਡਾਕਟਰ ਸਤਾਰ ਸਾਹਿਬ ਦੀ ਖਿਦਮਤ ਨੂੰ ਕਦੀ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਦੋਸਤੋ, ਇਹ ਸੀ ਸਾਡਾ ਅੱਜ ਦਾ ਪਿੰਡ ਚੱਕ ਨੰਬਰ 287 ਜੀਂਬੇ ਪਲਾਸੌਰ। ਪਿੰਡ ਵਿੱਚ ਥੋੜੇ ਜਿਹੇ ਲੋਕ ਵੀ ਨੇਕ ਨੀਅਤ ਤੇ ਸੱਚੇ ਇਰਾਦੇ ਵਾਲੇ ਹੋਣ ਤਾਂ ਪਿੰਡ ਦੀ ਤਕਦੀਰ ਬਦਲ ਸਕਦੇ ਨੇ। ਸਾਡੀ ਸਾਰਿਆਂ ਦੀ ਇਹ ਜ਼ਿੰਮੇਵਾਰੀ ਹੈ ਕਿ ਚੰਗੇ ਕੰਮਾਂ ਵਿੱਚ ਇੱਕ ਦੂਜੇ ਦਾ ਸਾਥ ਦਈਏ ਤੇ ਜਿੱਥੇ ਕੋਈ ਮਾੜਾ ਕੰਮ ਹੋਵੇ, ਜ਼ੁਲਮ ਜਾਂ ਬੇਇਨਸਾਫੀ ਹੋਵੇ, ਉੱਥੇ ਡਟ ਕੇ ਉਸ ਦੇ ਖਿਲਾਫ ਖੜੇ ਹੋਈਏ। ਇਹੋ ਜੀ ਸੋਚ ਤੇ ਇਤਿਹਾਦ ਹੀ ਪਿੰਡ ਦੀ ਅਸਲ ਤਰੱਕੀ ਦੀ ਬੁਨਿਆਦ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਵੇਗੀ। ਚੰਗੀ ਲੱਗੀ ਤਾਂ ਲਾਈਕ, ਸ਼ੇਅਰ, ਕਮੈਂਟ ਲਾਜ਼ਮੀ ਕਰਿਓ। ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੇ ਪਿੰਡ ਦੀ ਵੀਡੀਓ ਬਣਨੀ ਚਾਹੀਦੀ ਹੈ ਤਾਂ ਸਾਡੇ ਦਿੱਤੇ ਗਏ ਨੰਬਰ ਤੇ ਰਾਬਤਾ ਕਰ ਸਕਦੇ ਹੋ। ਬਹੁਤ ਸ਼ੁਕਰੀਆ। ਰੱਬ ਰਾਖਾ।